गुड मॉर्निंग डियर स्टूडेंट्स। ਅੱਜ ਆਪਾਂ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਆਫ ਅ ਸੇਲਸ ਐਸੋਸੀਏਟ, ਇੱਕ ਵਿਕਰੀ ਸਹਾਇਕ ਜਾਂ ਫਿਰ ਇੱਕ ਪ੍ਰਚੂਨ ਵਿਕਰੀ ਸਹਾਇਕ ਜਿਹਨੂੰ ਕਹਿ ਦਿੰਦੇ ਆਪਾਂ, ਉਹਦੇ ਕਰਤੱਵ ਅਤੇ ਜ਼ਿੰਮੇਵਾਰੀਆਂ ਬਾਰੇ ਪੜ੍ਹਾਂਗੇ। ਇੱਕ ਪ੍ਰਚੂਨ ਵਿਕਰੀ ਸਹਾਇਕ ਕੌਣ ਹੁੰਦਾ ਹੈ? ਇੱਕ ਪ੍ਰਚੂਨ ਵਿਕਰੀ ਸਹਾਇਕ ਰਿਟੇਲ ਸੈਕਟਰ ਦੇ ਵਿੱਚ ਕੋਈ ਵੀ ਤੁਸੀਂ ਦੇਖੋ ਸ਼ਾਪ, ਕੋਈ ਕੱਪੜੇ ਦੀ ਦੁਕਾਨ, ਕੋਈ ਬਿਗ ਬਾਜ਼ਾਰ, ਕੋਈ ਰਿਲਾਇੰਸ ਗਰੋਸਰੀ ਸ਼ਾਪ, ਕੋਈ ਜਵੈਲਰੀ ਸ਼ਾਪ, ਅਤੇ ਇਹਨਾਂ ਦੇ ਵਿੱਚ ਜਦੋਂ ਵਾਕ ਇਨ ਹੁੰਦਾ ਕਸਟਮਰ ਦਾ, ਜਦੋਂ ਕਸਟਮਰ ਆਉਂਦਾ ਹੈ ਤਾਂ ਉਹਨਾਂ ਨੂੰ ਵੈਲਕਮ ਕਰਨ ਤੋਂ ਲੈ ਕੇ ਉਹਨਾਂ ਦੀ ਚੋਇਸ ਪੁੱਛਣੀ, ਉਹਨਾਂ ਦਾ ਜੋ ਚਾਹੀਦਾ ਸਮਾਨ ਦਿਖਾਉਣਾ, ਸਮਾਨ ਖਰੀਦਣ ਦੇ ਵਿੱਚ ਉਹਨਾਂ ਦੀ ਰਹਿਨੁਮਾਈ ਕਰਨੀ, ਕੋਈ ਉਹਦੇ ਵਿੱਚ ਹੋਰ ਆਪਸ਼ਨਸ ਅਵੇਲੇਬਲ ਹੈ, ਜੋ ਸਮਾਨ ਉਹਨੂੰ ਚਾਹੀਦਾ ਹੈ ਉਸ ਦੇ ਵਿੱਚ ਕੋਈ ਹੋਰ ਆਪਸ਼ਨਸ ਅਵੇਲੇਬਲ ਹੈ, ਉਹ ਸਾਰੇ ਆਪਸ਼ਨ ਦਿਖਾਣੇ, ਪ੍ਰੋਡਕਟ ਦੇ ਖੂਬੀਆਂ ਦੱਸਣੀਆਂ, ਡੈਮੋਸਟ੍ਰੇਸ਼ਨ ਕਰਕੇ ਦਿਖਾਉਣਾ ਪ੍ਰੋਡਕਟ ਦਾ। ਠੀਕ ਹੈ, ਉਸ ਤੋਂ ਬਾਅਦ ਪਰਚੇਜ਼ ਤੱਕ ਸਾਰੀ ਜ਼ਿੰਮੇਵਾਰੀ ਇੱਕ ਪ੍ਰਚੂਨ ਵਿਕਰੀ ਸਹਾਇਕ ਦੀ ਹੁੰਦੀ ਹੈ। ਪ੍ਰਚੂਨ ਵਿਕਰੀ ਸਹਾਇਕ ਨੂੰ ਆਪਾਂ ਹੋਰ ਵੀ ਨਾਮ ਦੇ ਦਿੰਦੇ ਹਾਂ, ਰਿਟੇਲ ਸੇਲਸ ਐਸੋਸੀਏਟ, ਸੇਲਸ ਫਲੋਰ ਐਸੋਸੀਏਟ, ਰਿਟੇਲ ਸੇਲਸ ਪਰਸਨ, ਇਹ ਹੋਰ ਨਾਮ ਹੈ। ਜੌਬ ਰੋਲ ਸੇਮ ਹੀ ਹੈ। ਪ੍ਰਚੂਨ ਵਿਕਰੀ ਸਹਾਇਕ ਕਸਟਮਰ ਦੀ ਆਪਾਂ ਹੈਲਪ ਕਰਨੀ ਜਾਂ ਉਹਨਾਂ ਨੂੰ ਕੋਈ ਵੀ ਉਹਨਾਂ ਦੀ ਕੁਐਰੀ ਹੈ ਉਹ ਸੋਲਵ ਕਰਨੀ ਹੈ ਆਪਣੀ ਕਸਟਮਰ ਦੀ। ਇੱਕ ਪ੍ਰਚੂਨ ਵਿਕਰੀ ਸਹਾਇਕ ਸੇਲਸ ਐਸੋਸੀਏਟ ਦਾ ਕੰਮ ਹੁੰਦਾ ਹੈ ਕਸਟਮਰ ਨੂੰ ਵੈਲਕਮ ਕਰਨਾ, ਉਹਨਾਂ ਨੂੰ ਪ੍ਰੋਡਕਟਸ ਦਿਖਾਣੇ, ਪ੍ਰੋਡਕਟਸ ਦੇ ਰਿਲੇਟਡ ਕੋਈ ਵੀ ਉਹਦੀ ਕੁਐਰੀ ਹੁੰਦੀ ਹੈ ਕੁਐਰੀ ਸੋਲਵ ਕਰਨੀ। ਅੱਛਾ, ਉਹਨਾਂ ਨਾਲ ਵਰਬਲ ਅਤੇ ਨੋਨ ਵਰਬਲ ਦੋਨੋਂ ਹੀ ਤਰੀਕਿਆਂ ਨਾਲ ਬਹੁਤ ਵਧੀਆ ਤਰੀਕੇ ਨਾਲ ਸੰਚਾਰ ਕਰਨਾ, ਇਹ ਵੀ ਉਹਨਾਂ ਦਾ ਇੱਕ ਪਾਰਟ ਆਫ ਜੋਬ ਹੈ। ਆਫ ਅ ਸੇਲਸ ਐਸੋਸੀਏਟ, ਇੱਕ ਵਿਕਰੀ ਸਹਾਇਕ ਦੇ ਕਰਤੱਵ, ਹੈਂਡਲਿੰਗ ਪ੍ਰੋਬਲਮਸ, ਜੋ ਵੀ ਡੇ ਟੂ ਡੇ ਰੋਜ਼ਮर्रा ਦੀ ਕੰਮ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਅਤੇ ਕਈ ਤਰ੍ਹਾਂ ਦੇ ਕਸਟਮਰ ਨੂੰ ਡੀਲ ਕਰਨਾ ਪੈਂਦਾ ਹੈ, ਤਾਂ ਉਹਨਾਂ ਨੂੰ ਬੜੇ ਪੋਲਾਈਟ ਵੇ ਨਾਲ ਹੈਂਡਲ ਕਰਨਾ ਆਉਣਾ ਚਾਹੀਦਾ ਹੈ ਇੱਕ ਸੇਲਸ ਐਸੋਸੀਏਟ ਨੂੰ। ਅਸਿਸਟਿੰਗ ਸੇਲਸ ਸੈਕਿੰਡ ਪੁਆਇੰਟ ਆਪਣਾ ਆ ਗਿਆ। ਅਸਿਸਟਿੰਗ ਸੇਲਸ ਦੇ ਵਿੱਚ ਸੇਲਸ ਵਧਾਉਣ ਦੇ ਯਤਨ ਕਰਨੇ ਚਾਹੀਦੇ ਹੈ ਕਿ ਸੇਲਸ ਕਿੱਦਾਂ ਵਧਾਈ ਜਾਵੇ ਪ੍ਰੋਡਕਟਸ ਦੀ। ਕਲੈਰੀਕਲ ਟਾਸਕ ਵੀ ਕਰਨੇ ਪੈਂਦੇ ਆ ਇੱਕ ਸੇਲਸ ਐਸੋਸੀਏਟ ਨੂੰ, ਵਿਕਰੀ ਸਹਾਇਕ ਨੂੰ। ਕਲੈਰੀਕਲ ਟਾਸਕ ਜਿੱਦਾਂ ਕਿ ਕੀ ਮਾਲ ਆਪਣੇ ਕੋਲ ਪਿਆ ਹੈ ਅਤੇ ਕੀ ਆਪਾਂ ਹੋਰ ਮੰਗਵਾਉਣਾ ਹੈ, ਕਿੰਨਾ ਕੁ ਵਿਕਿਆ, ਇਹ ਸਾਰਾ ਰਿਕਾਰਡ ਰੱਖਣਾ। ਜੋਬ ਸਪੈਸੀਫਿਕ ਰਿਸਪੌਂਸਿਬਿਲਿਟੀਜ਼ ਵੀ ਹੁੰਦੀਆਂ ਵਿਕਰੀ ਸਹਾਇਕ ਦੀਆਂ। ਜਿਹੜੇ ਸੈਕਟਰ ਦੇ ਵਿੱਚ ਵਿਕਰੀ ਸਹਾਇਕ ਕੰਮ ਕਰ ਰਿਹਾ ਹੈ, ਕੋਈ ਇੰਸ਼ੋਰੈਂਸ ਸੈਕਟਰ ਦੇ ਵਿੱਚ ਕਰ ਰਿਹਾ ਹੈ, ਠੀਕ ਹੈ, ਸਰਵਿਸਿਜ਼ ਵੇਚ ਰਿਹਾ ਹੈ, ਕੋਈ ਜਵੈਲਰੀ ਸ਼ਾਪ 'ਤੇ ਕਰ ਰਿਹਾ ਹੈ, ਠੀਕ, ਕੋਈ ਕੱਪੜੇ ਦੀ ਦੁਕਾਨ 'ਤੇ, ਅਤੇ ਉਸ ਕੰਮ ਦੇ ਵਿੱਚ ਜੋ ਵੀ ਰਿਸਪੌਂਸਿਬਿਲਿਟੀਜ਼ ਜ਼ਿੰਮੇਵਾਰੀਆਂ ਹੋਣਗੀਆਂ ਉਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਇੱਕ ਸੇਲਸ ਐਸੋਸੀਏਟ ਨੂੰ। ਰਿਸਪੌਂਸਿਬਿਲਿਟੀਜ਼ ਆਫ ਅ ਸੇਲਸ ਐਸੋਸੀਏਟ, ਇੱਕ ਵਿਕਰੀ ਸਹਾਇਕ ਦੀਆਂ ਜ਼ਿੰਮੇਦਾਰੀਆਂ ਕੀ ਹੈ? ਇਹਦੀਆਂ ਸਾਰੀਆਂ ਜ਼ਿੰਮੇਦਾਰੀਆਂ ਕਸਟਮਰ ਸੈਂਟਰਿਕ ਹੈ, ਕਸਟਮਰ ਦੇ ਰਿਲੇਟਡ ਹੀ ਸਾਰੀ ਜ਼ਿੰਮੇਵਾਰੀਆਂ ਕਿ ਕਸਟਮਰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਕਿਸੇ ਵੀ ਸਟੋਰ 'ਤੇ ਜਾ ਕੇ, ਕਿਸੇ ਵੀ ਰਿਟੇਲ ਸੈਕਟਰ ਦੇ ਵਿੱਚ ਜਾ ਕੇ। ਤਾਂ ਇੱਕ ਵਿਕਰੀ ਸਹਾਇਕ ਦਾ ਕੀ ਕੰਮ ਬਣਦਾ ਹੈ ਕਿ ਵੈਲਕਮ ਕਰੇ ਉਹ ਕਸਟਮਰਸ ਦਾ, ਉਹਨਾਂ ਨਾਲ ਇੰਟਰੈਕਸ਼ਨ ਕਰੇ, ਗੱਲਬਾਤ ਕਰੇ ਉਹਨਾਂ ਨਾਲ, ਅਤੇ ਵਰਕਿੰਗ ਡਾਇਰੈਕਟਲੀ ਵਿਦ ਕਸਟਮਰਸ। ਕੋਈ ਵੀ ਗੱਲ ਡਾਇਰੈਕਟਲੀ ਉਹ ਕਿਸੇ ਵੀ ਕਸਟਮਰ ਨੂੰ ਇਗਨੋਰ ਨਾ ਕਰੇ, ਇੱਕ ਕਸਟਮਰ ਦੂਜਾ ਕਸਟਮਰ, ਸਭ ਨਾਲ ਹੀ ਉਹ ਆਪਣਾ ਤਾਲਮੇਲ ਬਣਾ ਕੇ ਰੱਖੇ। ਰਿਜ਼ੋਲਵ ਦ ਇਸ਼ੂ ਆਫ ਕਸਟਮਰ, ਜੇ ਕੋਈ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਆਪਦੇ ਲੈਵਲ 'ਤੇ ਉਹ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੇ। ਬੜੇ ਧਿਆਨ ਨਾਲ ਕਸਟਮਰ ਨੂੰ ਸੁਣਨਾ ਪੈਂਦਾ ਹੈ, ਇਹ ਵੀ ਰਿਸਪੌਂਸਿਬਿਲਿਟੀ ਹੈ। ਐਂਡ ਰਿਮੇਨ ਫਰੈਂਡਲੀ ਐਂਡ ਪੋਲਾਈਟ ਐਵਰੀ ਟਾਈਮ। ਕਸਟਮਰ ਜਿਸ ਤਰ੍ਹਾਂ ਦਾ ਵੀ ਮਰਜ਼ੀ ਹੋਵੇ, ਉਹਨੂੰ ਬੜਾ ਪੋਲਾਈਟ ਮੈਨਰ ਨਾਲ, ਬੜੇ ਫਰੈਂਡਲੀ ਮੈਨਰ ਨਾਲ ਉਹਨੂੰ ਆਪਣੀ ਜੋਬ ਨਿਭਾਉਣੀ ਚਾਹੀਦੀ ਹੈ। ਸਕਿੱਲਸ ਰਿਕੁਆਇਰਡ ਬਾਈ ਅ ਸੇਲਸ ਐਸੋਸੀਏਟ, ਇੱਕ ਵਿਕਰੀ ਸਹਾਇਕ ਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਹੈ? ਸਭ ਤੋਂ ਪਹਿਲਾਂ ਜੀ ਪ੍ਰੋਡਕਟ ਨੌਲੇਜ। ਜਿਹੜੇ ਵੀ ਸੈਕਟਰ ਦੇ ਵਿੱਚ ਇੱਕ ਸੇਲਸ ਐਸੋਸੀਏਟ ਕੰਮ ਕਰ ਰਿਹਾ ਹੈ, ਜਿਹੜੇ ਪ੍ਰੋਡਕਟ ਨੂੰ ਉਹ ਵੇਚ ਰਿਹਾ ਹੈ, ਉਸ ਪ੍ਰੋਡਕਟ ਬਾਰੇ ਪੂਰੀ ਦੀ ਪੂਰੀ ਨੌਲੇਜ ਉਹਨੂੰ ਲੈਣੀ ਚਾਹੀਦੀ ਹੈ ਕਿ ਮੈਂ ਕੀ ਪ੍ਰੋਡਕਟ ਵੇਚ ਰਿਹਾ। ਅਤੇ ਜੋ ਉਹਨੂੰ ਪਤਾ ਹੈ ਅਤੇ ਉਹ ਪੂਰੀ ਦੀ ਪੂਰੀ ਇਨਫੋਰਮੇਸ਼ਨ ਕਸਟਮਰ ਨੂੰ ਦੇ ਸਕੇ, ਉਹਨੂੰ ਚੰਗੀ ਤਰ੍ਹਾਂ ਸਮਝਾ ਸਕੇ ਉਸ ਪ੍ਰੋਡਕਟ ਬਾਰੇ, ਚਾਹੇ ਉਹ ਇੰਸ਼ੋਰੈਂਸ ਦਾ ਪ੍ਰੋਡਕਟ ਹੈ, ਚਾਹੇ ਕੋਈ ਬੈਂਕਿੰਗ ਦਾ ਪ੍ਰੋਡਕਟ ਹੈ, ਠੀਕ ਹੈ, ਚਾਹੇ ਕੋਈ ਟੈਂਜੀਬਲ ਗੁੱਡ ਹੈ ਜਿਹਨੂੰ ਆਪਾਂ ਛੋਹ ਸਕਦੇ ਹਾਂ, ਕੋਈ ਸਮਾਨ, ਗਰੋਸਰੀ, ਜਵੈਲਰੀ, ਕੱਪੜਾ, ਸਪੋਰਟਸ, ਜਿਹੜਾ ਵੀ ਸਮਾਨ ਹੈ ਜਾਂ ਤਾਂ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਕਸਟਮਰ ਨੂੰ ਦੇ ਸਕੇ। ਡਾਟਾ ਐਂਟਰੀ ਉਹਨੂੰ ਆਉਣੀ ਚਾਹੀਦੀ ਹੈ, ਕੰਪਿਊਟਰ ਦੇ ਉੱਪਰ ਡਾਟਾ ਫੀਡ ਕਰਨਾ ਹੈ, ਕਿੰਨਾ ਮਾਲ ਆਇਆ, ਕਿੰਨਾ ਵੇਚਿਆ, ਡਾਟਾ ਐਂਟਰੀ ਵੀ ਉਹਦੇ ਅੰਦਰ ਸਕਿੱਲ ਹੋਣੀ ਚਾਹੀਦੀ ਹੈ, ਗੁਣ ਹੋਣਾ ਚਾਹੀਦਾ। ਐਨਾਲੀਟੀਕਲ ਸਕਿੱਲਸ, ਕਿਸੇ ਸੀਜ਼ਨ ਦੇ ਵਿੱਚ ਕਿੰਨਾ ਮਾਲ ਵਿਕਿਆ ਸੀ ਲਾਸਟ ਈਅਰ, ਕਿੰਨਾ ਵਿਕਣ ਦੇ ਚਾਂਸਿਸ ਹੈ, ਹੁਣ ਮਾਹੌਲ ਕਿਸ ਤਰ੍ਹਾਂ ਦਾ ਹੈ,
ਇਹ ਵੀ ਐਨਾਲਿਸਿਸ ਉਹਨੂੰ ਕਰਨਾ ਆਉਣਾ ਚਾਹੀਦਾ ਕਿ ਮੇਰੇ ਜਿੱਥੇ ਮੈਂ ਸਟੋਰ 'ਚ ਕੰਮ ਕਰਦਾ ਹੈ ਕਿੰਨੀ ਕੁ ਡਿਮਾਂਡ ਮੈਂ ਆਪਣੇ ਮਾਲ ਦੀ ਹੋਰ ਆਪਣੇ ਬੌਸਿਸ ਨੂੰ ਆਪਣੇ ਸੀਨੀਅਰਸ ਨੂੰ ਦੱਸਾਂ ਕਿ ਮੇਰੇ ਇਸ ਮਾਲ ਦੀ ਡਿਮਾਂਡ ਹੋਰ ਜ਼ਿਆਦਾ ਲੱਗ ਸਕਦੀ ਹੈ ਜਾਂ ਇਸ ਮਾਲ ਦੀ ਡਿਮਾਂਡ ਮੇਰੀ ਇਸ ਸੀਜ਼ਨ 'ਚ ਨਹੀਂ ਲੱਗਣੀ। ਠੀਕ ਹੈ, ਇਹ ਐਨਾਲਿਸਿਸ ਕਰਨਾ ਪੈਂਦਾ ਸਾਰਾ। ਉਹਦੇ ਬਾਅਦ ਮੈਨੇਜਰੀਅਲ ਸਕਿੱਲਸ, ਮੈਨੇਜ ਕਰਨਾ ਥਿੰਗਸ ਨੂੰ। ਠੀਕ ਹੈ, ਆਪਣੇ ਨਾਲ ਹੋਰ ਕਲੀਗਸ ਕੰਮ ਕਰ ਰਹੇ ਹੈ, ਕੋ ਵਰਕਰਸ ਕੰਮ ਕਰ ਰਹੇ ਹੈ, ਉਹਨਾਂ ਨਾਲ ਆਪਾਂ ਕਿੱਦਾਂ ਮੈਨੇਜ ਕਰਕੇ ਸਾਰਾ ਕੰਮ ਕਰਨਾ ਹੈ, ਇਹ ਵੀ ਸਕਿੱਲਸ ਰਿਕੁਆਇਰਡ ਹੈ ਇੱਕ ਸੇਲਸ ਐਸੋਸੀਏਟ ਦੇ ਵਿੱਚ। ਮਲਟੀਟਾਸਕਿੰਗ ਸਕਿੱਲ ਤਾਂ ਨੋ ਡਾਊਟ ਉਹਨੂੰ ਚਾਹੀਦਾ ਹੀ ਚਾਹੀਦਾ ਹੈ। ਇੱਕ ਵਾਰ ਦੇ ਵਿੱਚ 2 3 4 ਕਸਟਮਰ ਆ ਗਏ ਤਾਂ ਉਹਨੂੰ ਕਿੱਦਾਂ ਸਾਰੇ ਕਸਟਮਰ ਨੂੰ ਵੀ ਡੀਲ ਕਰਨਾ ਹੈ, ਪਲੱਸ ਕੋਈ ਡਾਟਾ ਐਂਟਰੀ ਹੈ ਜਾਂ ਫਿਰ ਕੋਈ ਸਟਾਕ ਚੈੱਕ ਕਰਨਾ ਹੈ ਤਾਂ ਉਹ ਵੀ ਉਹਨੂੰ ਨਾਲ ਨਾਲ ਕਰਨਾ ਪਏਗਾ। ਮਤਲਬ ਇਹ ਸਾਰੇ ਮਲਟੀਟਾਸਕਿੰਗ ਸਕਿੱਲਸ ਇੰਪੋਰਟੈਂਟ ਹੈ ਉਹਦੇ ਲਈ। ਸਪੈਸ਼ਲ ਐਕਟੀਵਿਟੀਜ਼ ਆਫ ਅ ਸੇਲਸ ਐਸੋਸੀਏਟ, ਇਹ ਸਾਰੇ ਆ ਗਏ ਹੈ ਅਤੇ ਕੁਐਸਚਨ ਆਨਸਰਸ ਜੋ ਵੀ ਕੁਐਰੀਜ਼ ਹੁੰਦੀ ਹੈ ਕਸਟਮਰ ਦੀਆਂ ਉਹਨੂੰ ਰਿਜ਼ੋਲਵ ਕਰਨਾ, ਡਾਟਾ ਐਂਟਰੀ ਉਹਨੇ ਸਾਰੀ ਕਰਨੀ ਹੈ, ਐਨਾਲਿਸਿਸ ਹੋ ਗਿਆ ਕਿਹੜਾ ਮਾਲ ਕਦੋਂ ਆਇਆ, ਕਿੰਨਾ ਵੇਚਿਆ, ਕਿੰਨਾ ਕੁ ਵਿਕ ਸਕਦਾ ਹੈ। ਠੀਕ ਹੈ, ਉਸ ਤੋਂ ਬਾਅਦ ਪ੍ਰੋਡਕਟ ਡੈਮੋਸਟ੍ਰੇਸ਼ਨ ਬਹੁਤ ਜ਼ਰੂਰੀ ਹੈ ਇੱਕ ਸੇਲਸ ਐਸੋਸੀਏਟ ਵਾਸਤੇ, ਇੱਕ ਵਿਕਰੀ ਸਹਾਇਕ ਵਾਸਤੇ। ਜਿਹੜਾ ਪ੍ਰੋਡਕਟ ਉਹ ਵੇਚ ਰਿਹਾ ਹੈ ਉਹਦੇ ਬਾਰੇ ਉਹ ਪ੍ਰੋਪਰ ਸਮਝਾ ਸਕੇ, ਡੈਮੋਸਟ੍ਰੇਟ ਕਰ ਸਕੇ ਕਸਟਮਰ ਨੂੰ। ਐਂਡ ਫਾਈਨਲੀ ਪ੍ਰੋਡਕਟ ਨੌਲੇਜ ਇਨ ਐਨੀ ਕੇਸ ਹਰ ਇੱਕ ਸੇਲਸ ਐਸੋਸੀਏਟ ਵਾਸਤੇ ਵੀ ਪਲੱਸ ਉਸ ਤੋਂ ਸੀਨੀਅਰਸ ਵਾਸਤੇ ਵੀ ਪ੍ਰੋਡਕਟ ਨੌਲੇਜ ਬਹੁਤ ਜ਼ਰੂਰੀ। ਜੋ ਪ੍ਰੋਡਕਟ ਆਪਾਂ ਵੇਚ ਰਹੇ ਹਾਂ ਉਸ ਦੀ ਪੂਰੀ ਨੌਲੇਜ ਆਪਾਂ ਨੂੰ ਹੋਣੀ ਬਹੁਤ ਜ਼ਰੂਰੀ ਹੈ। ਥੈਂਕ ਯੂ।